ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਬੇ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਸਿਰਫ ਅਮਰੀਕਾ 'ਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ, ਅਮਰੀਕੀ ਸੰਸਦ 'ਚ ਮਤਾ ਪੇਸ਼। ਟਰੰਪ ਪ੍ਰਸ਼ਾਸਨ ਵੱਲੋਂ ਬੈਂਕਿੰਗ ਨਿਯਮਾਂ ਵਿੱਚ ਵੱਡੇ ਬਦਲਾਅ ਦੀ ਤਿਆਰੀ, ਇਮੀਗ੍ਰੈਂਟਾਂ ਦੀ ਵੱਧ ਸਕਦੀ ਹੈ ਜਾਂਚ। ਗਰਮੀਆਂ ਦੇ ਸਫ਼ਰ ਦੇ ਲਈ TSA ਤਿਆਰ, ਮੈਮੋਰੀਅਲ ਡੇ ਹਫ਼ਤੇ ਦੌਰਾਨ 18.3 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਦੀ ਉਮੀਦ। ਜਿਹੜੀ ਵੈਂਸ ਨੇ ਬਾਈਡਨ ਸਰਕਾਰ ਤੇ ਅਮਰੀਕੀ ਸ਼ਰਨਾਰਥੀ ਧੋਖਾਧੜੀ ਦਾ ਲਗਾਇਆ ਦੋਸ਼। ਅਮਰੀਕਾ ਵਿੱਚ ਕੱਲ ਹੋਈਆਂ 2026 ਦੀਆਂ ਮਹੱਤਵਪੂਰਨ ਪ੍ਰਾਇਮਰੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹੌਲ ਨੂੰ ਗਰਮਾਇਆ। ਅਮਰੀਕਾ ਦੇ ਗੁਰਦੁਆਰਾ ਸਾਹਿਬ ਨੂੰ ਨੰਗੇ ਸਿਰ ਅਤੇ ਜੁੱਤੀਆਂ ਸਣੇ ਦਾਖਲ ਹੋਈ ਪੁਲਿਸ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕਾ ਵਿੱਚ ਜਨਮਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ ਹੈ। ਰਿਪਬਲਿਕਨ ਸਾਂਸਦ ਨੈਂਸੀ ਮੇਸ ਨੇ ਇੱਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਦੇ ਨਾਲ ਅਮਰੀਕਾ ਵਿੱਚ ਬਾਹਰੋਂ ਆ ਕੇ ਵਸੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਾਂਸਦ ਨੈਂਸੀ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਹਨ, ਉਹਨਾਂ ਨੂੰ ਕਾਂਗਰਸ ਮੈਂਬਰ, ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ ਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਇਸ ਤੋਂ ਇਲਾਵਾ ਉਹਨਾਂ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਣਨ ਦੇ ਲਈ ਨੈਚੁਰਲ ਬੋਰਨ ਸਿਟੀਜ਼ਨ ਹੋਣਾ ਜ਼ਰੂਰੀ ਹੈ, ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ ਤੇ ਵੀ ਲਾਗੂ ਹੋਣਾ ਚਾਹੀਦਾ ਹੈ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਨੇ ਸੋਸ਼ਲ ਮੀਡੀਆ ਤੇ ਭਾਰਤੀ ਮੂਲ ਦੀ ਸਾਂਸਦ ਪਰਮਿਲਾ ਜੈਪਾਲ, ਸ਼੍ਰੀ ਥਾਣੇਦਾਰ ਅਤੇ ਸੋਮਾਲੀਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ। ਨੈਂਸੀ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫਾਦਾਰੀ ਸਿਰਫ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਪ੍ਰਤੀ ਨਹੀਂ। ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਨੈਂਸੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪਰਮਿਲਾ ਜੈਪਾਲ ਨੇ ਇਸ ਨੂੰ ਨਸਲਵਾਦੀ, ਵਿਦੇਸ਼ੀ ਵਿਰੋਧੀ ਮਾਨਸਿਕਤਾ ਅਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ ਹੈ। ਸ਼੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਨਿਸ਼ਾਨਾ ਸਾਧਨ ਤੋਂ ਪਹਿਲਾਂ ਨੈਂਸੀ ਨੂੰ ਆਪਣਾ ਵਿਵਹਾਰ ਠੀਕ ਕਰਨਾ ਚਾਹੀਦਾ ਹੈ। ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ ਤੇ ਗਲਤ ਦੱਸਦਿਆਂ ਕਿਹਾ ਕਿ ਇਸ ਪਿੱਛੇ ਛਿਪੀ ਨਫ਼ਰਤ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਅਮਰੀਕੀ ਕਾਂਗਰਸ ਵਿੱਚ 26 ਅਜਿਹੇ ਮੈਂਬਰ ਹਨ ਜੋ ਵਿਦੇਸ਼ਾਂ ਵਿੱਚ ਜਨਮੇ ਹਨ, ਜਿਨ੍ਹਾਂ ਵਿੱਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਹਨ। ਡੈਮੋਕ੍ਰੈਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਘ੍ਰਿਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕੀ ਬੈਂਕਿੰਗ ਸਿਸਟਮ ਵਿੱਚ ਨਵੇਂ ਨਿਯਮ ਲਿਆਂਦੇ ਜਾਣ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਹੈ, ਜਿਸ ਦਾ ਅਸਰ ਖਾਸ ਕਰਕੇ ਇਮੀਗ੍ਰੈਂਟ ਭਾਈਚਾਰੇ ਤੇ ਪੈ ਸਕਦਾ ਹੈ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੱਲੋਂ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਰਿਸਟੋਰਿੰਗ ਇੰਟੀਗ੍ਰਿਟੀ ਟੂ ਅਮਰੀਕਾਸ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਬੈਂਕਾਂ ਨੂੰ ਆਪਣੇ ਨੋ ਯੋਰ ਕਸਟਮਰ ਯਾਨੀ ਕਿ KYC ਨਿਯਮ ਹੋਰ ਸਖਤ ਕਰਨ ਲਈ ਕਿਹਾ ਗਿਆ ਹੈ। ਇਸ ਐਗਜ਼ੀਕਿਊਟਿਵ ਆਰਡਰ ਦੇ ਅਨੁਸਾਰ ਬੈਂਕਾਂ ਨੂੰ ਆਪਣੇ ਗਾਹਕਾਂ ਦੀ ਪਿਛੋਕੜ, ਖਾਸ ਕਰਕੇ ਇਮੀਗ੍ਰੇਸ਼ਨ ਸਟੇਟਸ ਬਾਰੇ ਹੋਰ ਵਧੇਰੇ ਜਾਂਚ ਕਰਨ ਲਈ ਨਵੀਂ ਗਾਈਡਲਾਈਨ ਦਿੱਤੀ ਜਾਵੇਗੀ। ਵਾਈਟ ਹਾਊਸ ਨੇ ਕਿਹਾ ਹੈ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਗੈਰ ਕਾਨੂੰਨੀ ਆਰਥਿਕ ਗਤੀਵਿਧੀਆਂ ਨੂੰ ਰੋਕਣ ਲਈ ਲਿਆ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਫਿਲਹਾਲ ਉਹ ਯੋਜਨਾ ਲਾਗੂ ਨਹੀਂ ਕੀਤੀ ਜਿਸ ਅਧੀਨ ਹਰ ਬੈਂਕ ਗਾਹਕ ਦੀ ਨਾਗਰਿਕਤਾ ਜਾਂ ਸਿਟੀਜ਼ਨਸ਼ਿਪ ਦੀ ਜਾਂਚ ਲਾਜ਼ਮੀ ਬਣ ਸਕਦੀ ਸੀ। ਪਰ ਨਵੇਂ ਹੁਕਮ ਨਾਲ ਬੈਂਕਾਂ ਤੇ ਦਬਾਅ ਵਧੇਗਾ ਕਿ ਉਹ ਨੌਨ ਸਿਟੀਜ਼ਨਸ ਅਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਨਾਲ ਜੁੜੀਆਂ ਫਾਈਨੈਂਸ਼ੀਅਲ ਐਕਟੀਵਿਟੀਜ਼ ਤੇ ਹੋਰ ਨਿਗਰਾਨੀ ਰੱਖਣ। ਐਗਜ਼ੀਕਿਊਟਿਵ ਆਰਡਰ ਵਿੱਚ ਟ੍ਰੈਜਰੀ ਡਿਪਾਰਟਮੈਂਟ ਨੂੰ 60 ਦਿਨਾਂ ਦੇ ਅੰਦਰ ਨਵੀਆਂ ਗਾਈਡਲਾਈਨ ਜਾਰੀ ਕਰਨ ਲਈ ਕਿਹਾ ਗਿਆ। ਇਹਨਾਂ ਦੇ ਵਿੱਚ ਕੁਝ ਰੈੱਡ ਫਲੈਗਸ ਦੀ ਪਛਾਣ ਕਰਨ ਲਈ ਕਿਹਾ ਜਾਵੇਗਾ, ਜਿਵੇਂ ਕਿ ITIN ਮਤਲਬ ਇੰਡੀਵਿਜੂਅਲ ਟੈਕਸਪੇਅਰਸ ਆਈਡੈਂਟੀਫਿਕੇਸ਼ਨਸ ਨੰਬਰ ਦੀ ਵਰਤੋਂ ਕਰਕੇ ਕ੍ਰੈਡਿਟ ਲਈ ਅਪਲਾਈ ਕਰਨਾ, ਗੈਰ ਅਮਰੀਕੀ ਦਸਤਾਵੇਜ਼ਾਂ ਦੀ ਵਰਤੋਂ, ਪੇਰੋਲ ਟੈਕਸ, ਐਵੀਏਸ਼ਨਸ ਨਾਲ ਜੁੜੇ ਸੰਕੇਤ, ਅਨਆਥੋਰਾਈਜ਼ਡ ਇੰਪਲੋਇਮੈਂਟ ਨਾਲ ਸੰਬੰਧਿਤ ਲੈਣ ਦੇਣ। ਵਾਈਟ ਹਾਊਸ ਦਾ ਦਾਅਵਾ ਹੈ ਕਿ ITIN ਦੀ ਵਰਤੋਂ ਕਈ ਵਾਰ
ਅਨਆਥੋਰਾਈਜ਼ਡ ਏਲੀਅਨਸ ਦੀ ਗੈਰ ਕਾਨੂੰਨੀ ਨੌਕਰੀ ਨੂੰ ਆਸਾਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਟ੍ਰੈਜਰੀ ਸੈਕਟਰੀ ਸਕੌਟ ਬੇਸਨ ਨੇ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਅਮਰੀਕੀ ਬੈਂਕਿੰਗ ਸਿਸਟਮ ਵਿੱਚ ਕੌਣ ਮੌਜੂਦ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜਾਣਕਾਰੀ ਜ਼ਰੂਰੀ ਹੈ। ਦੂਜੇ ਪਾਸੇ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਆਰਥਿਕ ਵਿਸ਼ਲੇਸ਼ਕਾਂ ਨੇ ਇਸ ਫੈਸਲੇ ਤੇ ਚਿੰਤਾ ਜਤਾਈ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਇਮੀਗ੍ਰੈਂਟ ਭਾਈਚਾਰਾ ਬੈਂਕਿੰਗ ਸਿਸਟਮ ਤੋਂ ਡਰ ਕੇ ਦੂਰ ਹੋਇਆ ਤਾਂ ਕਈ ਲੋਕ ਟੈਕਸ ਫਾਈਲ ਕਰਨਾ ਵੀ ਛੱਡ ਸਕਦੇ ਹਨ। ਯੇਲ ਬਜਟ ਲੈਬ ਦੇ ਅਨੁਸਾਰ ਇਸ ਕਾਰਨ ਅਗਲੇ 10 ਸਾਲਾਂ ਵਿੱਚ ਅਮਰੀਕਾ ਨੂੰ ਲਗਭਗ $479 ਬਿਲੀਅਨ ਟੈਕਸ ਰੈਵਨਿਊ ਦਾ ਨੁਕਸਾਨ ਹੋ ਸਕਦਾ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਇਹ ਕਹਿਣਾ ਹੈ ਕਿ ਜੇ ਬੈਂਕਾਂ ਵੱਲੋਂ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਹੋਰ ਸਖਤ ਕੀਤੀ ਗਈ ਤਾਂ ਅਨਡਾਕੂਮੈਂਟਡ ਇਮੀਗ੍ਰੈਂਟਸ, ਅਸਾਈਲਮ ਸੀਕਰਸ ਅਤੇ ITIN ਹੋਲਡਰਸ ਲਈ ਬੈਂਕ ਖਾਤੇ ਖੋਲ੍ਹਣਾ, ਲੋਨਸ ਲੈਣਾ ਜਾਂ ਕ੍ਰੈਡਿਟ ਹਿਸਟਰੀ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ। ਫਿਲਹਾਲ ਇਹ ਐਗਜ਼ੀਕਿਊਟਿਵ ਆਰਡਰ ਸਿੱਧੇ ਤੌਰ ਤੇ ਸਿਟੀਜ਼ਨਸ਼ਿਪ ਚੈੱਕ ਲਾਜ਼ਮੀ ਨਹੀਂ ਕਰਦਾ, ਪਰ ਆਉਣ ਵਾਲੀਆਂ ਟ੍ਰੈਜਰੀ ਗਾਈਡਲਾਈਨਸ ਤੋਂ ਬਾਅਦ ਅਮਰੀਕੀ ਬੈਂਕਿੰਗ ਸਿਸਟਮ ਵਿੱਚ ਇਮੀਗ੍ਰੈਂਟਾਂ ਲਈ ਨਵੇਂ ਨਿਯਮ ਅਤੇ ਵਧੀਕ ਜਾਂਚ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਗਰਮੀਆਂ ਦੇ ਅਧਿਕਾਰਕ ਟਰੈਵਲ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਯਾਨੀ TSA ਨੇ ਕਿਹਾ ਹੈ ਕਿ ਏਜੰਸੀ ਦੇਸ਼ ਭਰ ਦੇ ਏਅਰਪੋਰਟਾਂ ਤੇ ਭਾਰੀ ਭੀੜ ਸੰਭਾਲਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। TSA ਮੁਤਾਬਕ ਵੀਰਵਾਰ 21 ਮਈ ਤੋਂ ਬੁੱਧਵਾਰ 27 ਮਈ ਤੱਕ ਕਰੀਬ 18.3 ਮਿਲੀਅਨ ਯਾਤਰੀਆਂ ਅਤੇ 에ਅਰਲਾਈਨ ਕਰੂ ਮੈਂਬਰਾਂ ਦੀ ਸਕਰੀਨਿੰਗ ਕੀਤੀ ਜਾਣ ਦੀ ਉਮੀਦ ਹੈ। TSA ਅਧਿਕਾਰੀਆਂ ਨੇ ਕਿਹਾ ਹੈ ਕਿ ਸਟਾਫ ਪੂਰੀ ਤਰ੍ਹਾਂ ਤੈਨਾਤ ਹੈ ਅਤੇ ਯਾਤਰੀਆਂ ਨੂੰ ਸਕਰੀਨਿੰਗ ਦੌਰਾਨ ਘੱਟ ਉਡੀਕ ਸਮਾਂ ਮਿਲਣ ਦੀ ਉਮੀਦ ਹੈ। ਮੈਮੋਰੀਅਲ ਡੇ ਮੌਕੇ TSA ਨੇ ਅਮਰੀਕਾ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਫੌਜੀ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸੁਰੱਖਿਅਤ ਹਵਾਈ ਸਫ਼ਰ ਯਕੀਨੀ ਬਣਾਉਣਾ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਵਾਰ ਗਰਮੀਆਂ ਦਾ ਟਰੈਵਲ ਸੀਜ਼ਨ ਹੋਰ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 11 ਜੂਨ ਤੋਂ FIFA ਵਰਲਡ ਕੱਪ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕਾ ਦੇ 11 ਸਟੇਡੀਅਮਾਂ ਦੇ ਵਿੱਚ ਮੈਚ ਹੋਣਗੇ ਅਤੇ ਦੁਨੀਆ ਭਰ ਤੋਂ ਲਗਭਗ 6 ਮਿਲੀਅਨ ਵਿਜ਼ਟਰ ਆਉਣ ਦੀ ਉਮੀਦ ਹੈ। TSA ਨੇ ਕਿਹਾ ਹੈ ਕਿ ਏਅਰਪੋਰਟਾਂ, ਰੇਲ, ਮਾਸ ਟ੍ਰਾਂਜ਼ਿਟ ਅਤੇ ਹੋਰ ਟਰਾਂਸਪੋਰਟ ਸਿਸਟਮਾਂ ਦੀ ਸੁਰੱਖਿਆ ਲਈ ਫੈਡਰਲ, ਸਟੇਟ ਅਤੇ ਲੋਕਲ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਸਮਾਗਮ ਵੀ ਹੋਣਗੇ, ਜਿਸ ਕਰਕੇ ਵੱਡੇ ਪੱਧਰ ਤੇ ਜਨਤਕ ਪ੍ਰੋਗਰਾਮਾਂ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ। TSA ਨੇ ਯਾਤਰੀਆਂ ਨੂੰ ਯਾਦ ਦਿਵਾਇਆ ਹੈ ਕਿ 에ਅਰਪੋਰਟ ਸੁਰੱਖਿਆ ਚੈੱਕ ਪੁਆਇੰਟ ਤੇ ਰੀਅਲ ID ਜਾਂ ਕੋਈ ਹੋਰ ਮਨਜ਼ੂਰਸ਼ੁਦਾ ID ਜਿਵੇਂ ਪਾਸਪੋਰਟ ਨਾਲ ਰੱਖਣਾ ਜ਼ਰੂਰੀ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਲਈ TSA ਅਪਰੂਵਡ ਆਈਡੈਂਟੀਫਿਕੇਸ਼ਨ ਲਾਜ਼ਮੀ ਹੈ। ਜਿਨ੍ਹਾਂ ਦੇ ਕੋਲ ਲੋੜੀਂਦੀ ID ਨਹੀਂ ਹੋਵੇਗੀ ਉਹ $45 ਫੀਸ ਦੇ ਕੇ TSA ਕਨਫਰਮ ID ਦੀ ਵਰਤੋਂ ਕਰ ਸਕਦੇ ਹਨ। TSA ਨੇ ਯਾਤਰੀਆਂ ਨੂੰ ਕੈਰੀ ਔਨ ਬੈਗ ਸਹੀ ਤਰੀਕੇ ਨਾਲ ਪੈਕ ਕਰਨ, ਪ੍ਰੋਹਿਬਿਟਡ ਆਈਟਮਸ ਨਾ ਲਿਜਾਣ ਅਤੇ ਨਿਯਮਾਂ ਬਾਰੇ ਸ਼ੱਕ ਹੋਣ ਤੇ ਆਸਕ TSA ਨੂੰ 275 872 ਤੇ ਟੈਕਸਟ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਨੇ ਪਿਛਲੀ ਬਾਈਡਨ ਸਰਕਾਰ ਤੇ ਅਮਰੀਕੀ ਸ਼ਰਨਾਰਥੀ ਪ੍ਰਣਾਲੀ ਦੀ ਵੱਡੇ ਪੱਧਰ ਤੇ ਦੁਰਵਰਤੋਂ ਹੋਣ ਦੇਣ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਸਰਹੱਦੀ ਨਿਯਮਾਂ ਨੂੰ ਸਖਤ ਕਰਨ ਦੇ ਨਾਲ-ਨਾਲ ਇਮੀਗ੍ਰੇਸ਼ਨ ਨਾਲ ਜੁੜੀ ਧੋਖਾਧੜੀ ਖਿਲਾਫ ਕਾਰਵਾਈ ਕਰ ਰਿਹਾ ਹੈ। ਵਾਈਟ ਹਾਊਸ ਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੈਂਸ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਦੱਖਣੀ ਸਰਹੱਦ ਤੇ ਸ਼ਰਨ ਦੇ ਦਾਅਵਿਆਂ ਨੂੰ ਜਿਸ ਤਰ੍ਹਾਂ ਸੰਭਾਲਿਆ ਗਿਆ ਉਹ ਸਭ ਤੋਂ ਵੱਡੀਆਂ ਇਮੀਗ੍ਰੇਸ਼ਨ ਧੋਖਾਧੜੀਆਂ ਵਿੱਚੋਂ ਇੱਕ ਸੀ। ਵੈਂਸ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਦੇ ਤਹਿਤ ਜੋ ਸਭ ਤੋਂ ਵੱਡੀ ਜਾਂਚ ਧੋਖਾਧੜੀ ਮੌਜੂਦ ਸੀ ਉਹ ਸਿਰਫ ਇਹ ਨਹੀਂ ਸੀ ਕਿ ਉਹਨਾਂ ਨੇ ਦੱਖਣੀ ਸਰਹੱਦ ਤੋਂ ਲੋਕਾਂ ਦੇ ਹੜ੍ਹ ਨੂੰ ਅੰਦਰ ਆਉਣ ਦਿੱਤਾ, ਬਲਕਿ ਇਹ ਵੀ ਸੀ ਕਿ ਉਹਨਾਂ ਨੇ ਸ਼ਰਨਾਰਥੀ ਅਤੇ ਰਿਫਿਊਜੀ ਦਾਅਵਾ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਫਰਜ਼ੀ ਬਣਨ ਦਿੱਤਾ। ਵੈਂਸ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਬਹੁਤ ਸਾਰੇ ਪ੍ਰਵਾਸੀਆਂ ਨੇ ਦੇਸ਼ ਵਿੱਚ ਪ੍ਰਵੇਸ਼ ਕਰਨ ਅਤੇ ਵਰਕ ਪਰਮਿਟ ਹਾਸਲ ਕਰਨ ਲਈ ਖੁਦ ਨੂੰ ਝੂਠੇ ਤੌਰ ਤੇ ਸ਼ਰਨਾਰਥੀ ਵਜੋਂ ਪੇਸ਼ ਕੀਤਾ। ਵੈਂਸ ਦੇ ਅਨੁਸਾਰ ਪਿਛਲੇ ਪ੍ਰਸ਼ਾਸਨ ਨੇ ਫਿਰ ਅਜਿਹੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ, ਜਦਕਿ ਉਹ ਆਪਣੀ ਇਮੀਗ੍ਰੇਸ਼ਨ ਸੁਣਵਾਈ ਦੀ ਉਡੀਕ ਕਰ ਰਹੇ ਸਨ, ਜਿਸ ਵਿੱਚ ਕਈ ਸਾਲ ਲੱਗ ਸਕਦੇ ਹਨ। ਉਹਨਾਂ ਨੇ ਕਿਹਾ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਇਹ ਲੋ ਵਰਕ ਪਰਮਿਟ ਸ਼ਾਇਦ 10 ਜਾਂ 12 ਸਾਲਾਂ ਬਾਅਦ ਆਪਣੀ ਸੁਣਵਾਈ ਲਈ ਵਾਪਸ ਆਉਣਾ, ਜਿੱਥੇ ਇਹ ਤੈਅ ਹੋਵੇਗਾ ਕਿ ਤੁਹਾਡਾ ਸ਼ਰਨਾਰਥੀ ਦਾਅਵਾ ਅਸਲ ਵਿੱਚ ਜਾਇਜ਼ ਹੈ ਜਾਂ ਨਹੀਂ ਹੈ। ਉਹਨਾਂ ਨੇ ਸਵਾਲ ਉਠਾਇਆ ਕੀ ਹੋਵੇਗਾ ਜੇਕਰ ਉਹ ਵਿਅਕਤੀ ਕੋਈ ਅਪਰਾਧੀ ਨਿਕਲਿਆ।
ਕੀ ਹੋਵੇਗਾ ਜੇਕਰ ਉਸ ਵਿਅਕਤੀ ਦਾ ਪਿਛੋਕੜ ਹਿੰਸਕ ਰਿਹਾ ਹੋਵੇ। ਅਸੀਂ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਜਾਂਚ ਨਹੀਂ ਕੀਤੀ ਕਿ ਸ਼ਰਨਾਰਥੀ ਹੋਣ ਦਾ ਦਾਅਵਾ ਕਰਕੇ ਸਾਡੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦਾ ਪਿਛੋਕੜ ਅਸਲ ਵਿੱਚ ਜਾਇਜ਼ ਜਾਂ ਚੰਗਾ ਹੈ। ਵੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਹੁਣ ਇਸ ਖਾਮੀ ਨੂੰ ਸੁਧਾਰ ਦਿੱਤਾ ਹੈ ਅਤੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਸ਼ਰਨਾਰਥੀ ਪ੍ਰਕਿਰਿਆ ਦਾ ਨਾਜਾਇਜ਼ ਫਾਇਦਾ ਉਠਾਇਆ। ਉਹਨਾਂ ਨੇ ਕਿਹਾ ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਟਰੰਪ ਪ੍ਰਸ਼ਾਸਨ ਵਿੱਚ ਠੀਕ ਕਰ ਦਿੱਤਾ ਹੈ। ਸਾਡੀ ਫਰੋਡ ਟਾਸਕ ਫੋਰਸ ਦਾ ਪੂਰਾ ਧਿਆਨ ਇਹ ਯਕੀਨੀ ਬਣਾਉਂਦੇ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਖਾਮੀ ਦਾ ਨਾਜਾਇਜ਼ ਫਾਇਦਾ ਉਠਾਇਆ ਉਹਨਾਂ ਦੇ ਖਿਲਾਫ ਮੁਕੱਦਮਾ ਚਲਾਇਆ ਜਾਵੇ। ਵੈਂਸ ਨੇ ਕਾਂਗਰਸ ਵਿੱਚ ਬਹਿਸ ਅਧੀਨ ਵਿਆਪਕ ਇਮੀਗ੍ਰੇਸ਼ਨ ਮਾਫੀ ਦੇ ਪ੍ਰਸਤਾਵਾਂ ਦਾ ਆਪਣਾ ਵਿਰੋਧ ਵੀ ਦੁਹਰਾਇਆ। ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਵਰਕ ਵੀਜ਼ਾ ਦੇਣ ਵਾਲੇ ਕਾਨੂੰਨ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਆਮ ਮਾਫੀ ਦੇਣਾ ਪਸੰਦ ਨਹੀਂ ਕਰਦੇ। ਅਮਰੀਕਾ ਵਿੱਚ ਕੱਲ ਹੋਈਆਂ 2026 ਦੀਆਂ ਮਹੱਤਵਪੂਰਨ ਪ੍ਰਾਇਮਰੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਕੈਂਟਕੀ, ਜਾਰਜੀਆ, ਅਲਬਾਮਾ, ਪੈਨਸਿਲਵੇਨੀਆ, ਓਰੇਗਨ ਅਤੇ ਇਡਾਹੋ ਵਿੱਚ ਹੋਈਆਂ ਚੋਣਾਂ ਨੂੰ 2026 ਮਿਡਟਰਮ ਇਲੈਕਸ਼ਨਸ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਸਭ ਤੋਂ ਵੱਡੀ ਚਰਚਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਭਾਵ ਨੂੰ ਲੈ ਕੇ ਹੋ ਰਹੀ ਹੈ ਕਿਉਂਕਿ ਟਰੰਪ ਦੇ ਵੱਲੋਂ ਸਮਰਥਿਤ ਕਈ ਉਮੀਦਵਾਰਾਂ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਕੈਂਟਕੀ ਵਿੱਚ ਸਭ ਤੋਂ ਵੱਡਾ ਝਟਕਾ ਕਾਂਗਰਸਮੈਨ ਥਾਮਸ ਮੈਸੀ ਨੂੰ ਲੱਗਾ ਜਿਨ੍ਹਾਂ ਨੂੰ ਟਰੰਪ ਸਮਰਥਿਤ ਉਮੀਦਵਾਰ ਈਡੀ ਗੈਲੇਰੀਅਨ ਨੇ ਹਰਾਇਆ ਹੈ। ਥਾਮਸ ਮੈਸੀ ਪਿਛਲੇ ਕਈ ਸਾਲਾਂ ਤੋਂ ਟਰੰਪ ਦੀਆਂ ਕੁਝ ਨੀਤੀਆਂ ਦਾ ਵਿਰੋਧ ਕਰ ਰਹੇ ਸਨ ਅਤੇ ਇਹ ਚੋਣ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਮਜ਼ਬੂਤ ਪਕੜ ਦੀ ਨਿਸ਼ਾਨੀ ਵਜੋਂ ਦੇਖੀ ਜਾ ਰਹੀ ਹੈ। ਇਸ ਦੌਰਾਨ ਕੈਂਟਕੀ ਸੈਨੇਟ ਸੀਟ ਲਈ ਐਂਟੀ ਬਾਰ ਨੇ ਰਿਪਬਲਿਕਨ ਪ੍ਰਾਇਮਰੀ ਜਿੱਤ ਲਈ ਹੈ। ਇਹ ਸੀਟ ਲੰਬੇ ਸਮੇਂ ਤੋਂ ਸੈਨੇਟਰ ਮਿਚ ਕੋਲਸੀ ਜੋ ਹੁਣ ਰਿਟਾਇਰ ਹੋ ਰਹੇ ਹਨ। ਜਾਰਜੀਆ ਦੇ ਵਿੱਚ ਗਵਰਨਰ ਦੀ ਰਿਪਬਲਿਕਨ ਪ੍ਰਾਇਮਰੀ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਪੂਰੀ ਬਹੁਮਤ ਨਾਲ ਨਹੀਂ ਗਈ ਜਿਸ ਕਰਕੇ ਹੁਣ ਰਨ ਆਫ ਇਲੈਕਸ਼ਨਸ ਹੋਵੇਗੀ। ਇਸ ਤੋਂ ਇਲਾਵਾ ਗਵਰਨਰ ਬ੍ਰਾਡ ਰੈਫਨਸਬਰਗਰ ਵਰਗੇ ਟਰੰਪ ਆਲੋਚਕ ਨੇਤਾਵਾਂ ਨੂੰ ਵੀ ਵੱਡਾ ਝਟਕਾ ਲੱਗਿਆ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਫਾਰਮਰ ਐਟਲਾਂਟਾ ਮੇਅਰ ਕੇਸ਼ਾ ਲੈਂਸ ਬੋਟਮਸ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਹੀ ਹੈ। ਜਾਰਜੀਆ ਸੈਨੇਟ ਰੇਸ ਵਿੱਚ ਵੀ ਕਾਫੀ ਤਿੱਖਾ ਮੁਕਾਬਲਾ ਬਣ ਗਿਆ। ਰਿਪਬਲਿਕਨ ਪ੍ਰਾਇਮਰੀ ਵਿੱਚ ਮਾਈਕ ਕੋਲਿੰਸ ਅਤੇ ਡੈਰਿਕ ਰਨ ਆਫ ਦੇ ਵਿੱਚ ਚਲੇ ਗਏ ਹਨ। ਜੇਤੂ ਉਮੀਦਵਾਰ ਨਵੰਬਰ ਵਿੱਚ ਡੈਮੋਕ੍ਰੇਟ ਸੈਨੇਟਰਸ ਜੌਨ ਓਸੋਫ ਦੇ ਖਿਲਾਫ ਚੋਣ ਲੜੇਗਾ। ਇਸ ਸੀਟ ਨੂੰ ਅਮਰੀਕਾ ਦੀਆਂ ਸਭ ਤੋਂ ਅਹਿਮ ਸੈਨੇਟ ਰੇਸਿਸ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਅਲਬਾਮਾ ਵਿੱਚ ਰਿਪਬਲਿਕਨ ਟੋਮੀ ਟੂਬਰਵਿਲੇ ਨੇ ਗਵਰਨਰ ਰੇਸ ਵਿੱਚ ਆਪਣੀ ਪੋਜੀਸ਼ਨ ਮਜ਼ਬੂਤ ਕੀਤੀ ਹੈ ਅਤੇ ਸੈਨੇਟ ਰੇਸ ਵਿੱਚ ਵੀ ਰਨ ਆਫ ਦੀ ਸਥਿਤੀ ਬਣ ਗਈ ਹੈ। ਵਿਸ਼ਲੇਸ਼ਕਾਂ ਦਾ ਇਹ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਵਿੱਚ ਇਸ ਵੇਲੇ ਟਰੰਪ ਸਮਰਥਕ ਉਮੀਦਵਾਰਾਂ ਦਾ ਪ੍ਰਭਾਵ ਬਹੁਤ ਵੱਧ ਚੁੱਕਿਆ ਹੈ ਅਤੇ ਜੋ ਨੇਤਾ ਟਰੰਪ ਦੇ ਖਿਲਾਫ ਖੜੇ ਹੋਏ ਉਹ ਕਾਫੀ ਪਿੱਛੇ ਰਹਿ ਗਏ ਹਨ। ਸਿਆਸੀ ਮਾਹਰਾਂ ਦੇ ਮੁਤਾਬਕ ਇਹ ਚੋਣ ਨਤੀਜੇ ਸਪਸ਼ਟ ਕਰ ਰਹੇ ਹਨ ਕਿ ਡੋਨਾਲਡ ਟਰੰਪ ਅਜੇ ਵੀ ਰਿਪਬਲਿਕਨ ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਹਨ ਅਤੇ 2026 ਮਿਡਟਰਮ ਇਲੈਕਸ਼ਨਸ ਵਿੱਚ ਉਹਨਾਂ ਦੀ ਭੂਮਿਕਾ ਫੈਸਲਾਕੁਨ ਰਹਿ ਸਕਦੀ ਹੈ। ਡੈਮੋਕ੍ਰੇਟਸ ਲਈ ਵੀ ਜਾਰਜੀਆ ਅਤੇ ਪੈਨਸਿਲਵੇਨੀਆ ਵਰਗੇ ਰਾਜ ਕਾਫੀ ਮਹੱਤਵਪੂਰਨ ਬਣਦੇ ਜਾ ਰਹੇ ਹਨ ਜਿੱਥੇ ਦੋਵੇਂ ਪਾਰਟੀਆਂ ਵਿਚਕਾਰ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਫਿਲਾਡੈਲਫੀਆ ਗੁਰਦੁਆਰਾ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੋਲਕ ਦੀ ਗਿਣਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਮੇਂ ਪੁਲਿਸ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਹੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਿਸ ਨੂੰ ਦੇਖ ਕੇ ਉੱਥੋਂ ਗਾਇਬ ਹੋ ਗਈ ਜਦਕਿ ਸੰਗਤ ਉੱਥੇ ਹੀ ਖੜੀ ਰਹੀ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੋਲਕ ਦੇ ਨੇੜੇ ਨੋਟਾਂ ਦਾ ਲੱਗਿਆ ਹੋਇਆ ਢੇਰ ਸਾਫ਼ ਦਿਖ ਰਿਹਾ ਹੈ। ਇਸ ਵਿੱਚ ਪੁਲਿਸ ਮੁਲਾਜ਼ਮ ਜੁੱਤੀਆਂ ਅਤੇ ਨੰਗੇ ਸਿਰ ਖੜੇ ਸਾਫ਼ ਦਿਖਾਈ ਵੀ ਦੇ ਰਹੇ ਹਨ। ਸਭ ਤੋਂ ਜ਼ਿਆਦਾ ਸ਼ਰਮਨਾਕ ਗੱਲ ਇਹ ਸੀ ਕਿ ਸਮਝੌਤੇ ਸਮੇਂ ਵੀ ਪੁਲਿਸ ਮੁਲਾਜ਼ਮ ਨੰਗੇ ਸਿਰ ਅਤੇ ਜੁੱਤੀਆਂ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੱਠ ਕਰਕੇ ਖੜੇ ਰਹੇ ਜਦਕਿ ਵਿਵਾਦ 'ਚ ਸ਼ਾਮਲ ਲੋਕ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਨਹੀਂ ਸਨ। ਇਸ ਘਟਨਾ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਡਲ ਈਸਟ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ। ਅਮਰੀਕੀ ਸੰਸਦ 'ਚ ਟਰੰਪ ਦੀਆਂ ਫੌਜੀ ਸ਼ਕਤੀਆਂ ਨੂੰ ਸੀਮਿਤ ਕਰਨ ਵਾਲਾ ਮਤਾ ਪਾਸ ਹੋ ਗਿਆ ਹੈ। ਵੋਟਿੰਗ ਵਿੱਚ 4 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਵਿਰੋਧੀ ਪਾਰਟੀ ਡੈਮੋਕ੍ਰੇਟਸ ਦਾ ਸਾਥ ਦਿੱਤਾ। ਹਾਲਾਂਕਿ 3 ਰਿਪਬਲਿਕਨ ਸੰਸਦ ਮੈਂਬਰ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਹ ਮਤਾ 50 ਤੇ 47 ਨਾਲ ਪਾਸ ਹੋਇਆ। ਹਾਲਾਂਕਿ ਇਸ ਨੂੰ ਕਾਨੂੰਨ ਬਣਨ ਦੇ ਲਈ ਅਜੇ ਕੁਝ ਹੋਰ ਪੜਾਵਾਂ 'ਚੋਂ ਲੰਘਣਾ ਪਵੇਗਾ। ਜੇ ਮਤਾ ਕਾਨੂੰਨ ਬਣਦਾ ਹੈ ਤਾਂ ਟਰੰਪ ਸਰਕਾਰ ਨੂੰ ਈਰਾਨ ਦੇ ਖਿਲਾਫ ਜੰਗ ਜਾਰੀ ਰੱਖਣ ਲਈ ਕਾਂਗਰਸ ਦੀ ਮਨਜ਼ੂਰੀ ਲੈਣੀ ਹੋਵੇਗੀ। ਹਾਲਾਂਕਿ ਅਜੇ ਸੈਨੇਟ 'ਚ ਇਸ ਤੇ ਆਖਰੀ VOTING ਹੋਣੀ ਬਾਕੀ ਹੈ। ਇਸ ਤੋਂ ਬਾਅਦ ਇਸ ਨੂੰ ਰਿਪਬਲਿਕਨ ਬਹੁਮਤ ਵਾਲੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਤੋਂ ਮਨਜ਼ੂਰੀ ਲੈਣੀ ਪਵੇਗੀ।
ਇਸ ਤੋਂ ਬਾਅਦ ਵੀ ਟਰੰਪ ਇਸ ਦੇ ਖਿਲਾਫ ਵੀਟੋ ਕਰ ਸਕਦੇ ਹਨ। ਫਿਰ ਉਸ ਵੀਟੋ ਨੂੰ ਰੱਦ ਕਰਨ ਲਈ ਸੈਨੇਟ ਅਤੇ ਹਾਊਸ ਦੋਵਾਂ ਵਿੱਚ 2/3 ਬਹੁਮਤ ਚਾਹੀਦਾ ਹੋਵੇਗਾ, ਜੋ ਫਿਲਹਾਲ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਇਹ ਵੋਟ ਵਿਰੋਧੀ ਧਿਰ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ, ਜੋ ਇਹ ਕਹਿ ਰਹੇ ਸਨ ਕਿ ਅਮਰੀਕਾ ਵਿੱਚ ਜੰਗ ਸ਼ੁਰੂ ਕਰਨ ਜਾਂ ਫੌਜ ਭੇਜਣ ਦਾ ਅਧਿਕਾਰ ਰਾਸ਼ਟਰਪਤੀ ਕੋਲ ਨਹੀਂ, ਸਗੋਂ ਸੰਸਦ ਕੋਲ ਹੋਣਾ ਚਾਹੀਦਾ ਹੈ। ਅਮਰੀਕੀ ਸੰਵਿਧਾਨ ਵਿੱਚ ਇਹੀ ਵਿਵਸਥਾ ਦਿੱਤੀ ਗਈ ਹੈ। ਉੱਥੇ ਹੀ ਵਾਈਟ ਹਾਊਸ ਦਾ ਇਹ ਕਹਿਣਾ ਹੈ ਕਿ ਟਰੰਪ ਨੇ ਅਮਰੀਕੀ ਸੁਰੱਖਿਆ ਲਈ ਆਪਣੇ ਅਧਿਕਾਰਾਂ ਤਹਿਤ कार्रवाई की है। अमरीकी कानून के मुताबिक कोई भी राष्ट्रपति बिना संसद की मंजूरी दे सिर्फ 60 दिनों तक फौजी कार्रवाई चला सकता है। इस तो बाद या तो जंग खत्म करनी होंदी है, कांग्रेस तो इजाजत लैनी होंदी है, या फिर फौज की सुरक्षित वापसी लई 30 दिनों का वाधू समा मंगना होंदा है। ईरान ने चेतावनी दी है कि जे अमेरिका ने मुड़ हमला किया तो जंग नूं मध्य पूरब तो बाहर तक फैला देगा। यह बयान राष्ट्रपति डोनाल्ड ट्रंप के उस दावे तो बाद आया है जिस विच उन्होंने कहा सी कि वह फौजी मुहिम मुड़ शुरू करने के फैसले ते बिल्कुल नेड़े पहुंच गए सन। ट्रंप वालों जंगबंदी ਲਈ ऑपरेशन एपिक फ्यूरो रोके जाने के 6 हफ्तिਆਂ बाद भी जंग खत्म करने संबंधी गलबात तकरीबन रुकी हुई है। ईरान इस हफ्ते अमेरिका ਨੂੰ ਨਵੀਂ ਤਜਵੀਜ਼ ਦਿੱਤੀ ਸੀ, ਪਰ ਉਸ ਦੇ ਜਨਤਕ ਵੇਰਵਿਆਂ ਵਿੱਚ ਉਹੀ ਸ਼ਰਤਾਂ ਦੁਹਰਾਈਆਂ ਗਈਆਂ ਹਨ ਜਿਨ੍ਹਾਂ ਨੂੰ ਟਰੰਪ ਪਹਿਲਾਂ ਹੀ ਖਾਰਜ ਕਰ ਚੁੱਕੇ ਹਨ। ट्रंप ने लंघे सोमवार ਅਤੇ ਫਿਰ ਮੰਗਲਵਾਰ ਨੂੰ ਕਿਹਾ ਕਿ ਉਹ ਨਵੀਂ ਬੰਬਾਰੀ ਮੁਹਿੰਮ ਦਾ ਹੁਕਮ ਦੇਣ ਦੇ ਬਹੁਤ ਨੇੜੇ ਹਨ, ਪਰ ਕੂਟਨੀਤੀ ਨੂੰ ਹੋਰ ਸਮਾਂ ਦੇਣ ਲਈ ਉਹਨਾਂ ਨੇ ਆਖਰੀ ਪਲਾਂ 'ਚ ਇਸ ਨੂੰ ਟਾਲ ਦਿੱਤਾ। ਈਰਾਨ ਪਹਿਲਾਂ ਵੀ ਕਈ ਵਾਰ ਚੇਤਾਵਨੀ ਦੇ ਚੁੱਕਾ ਹੈ ਕਿ ਉਹ ਕਿਸੇ ਵੀ ਨਵੇਂ ਹਮਲੇ ਦਾ ਬਦਲਾ ਲੈਣ ਦੇ ਲਈ ਮੱਧ ਪੂਰਬ ਦੇ ਉਹਨਾਂ ਦੇਸ਼ਾਂ ਤੇ ਹਮਲਾ ਕਰੇਗਾ ਜਿੱਥੇ ਅਮਰੀਕੀ ਫੌਜਾਂ ਮੌਜੂਦ ਹਨ। ਸੋ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਖੇਤਰ ਤੋਂ ਬਾਹਰ ਦੀਆਂ ਹੱਦਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। इस दौरान तकरीबन 40 लाख बैरल तेल नाल लदे 2 वड्डे चीनी टैंकर होर्मुज जलमार्ग चों बाहर निकले हैं, जो इस गल का संकेत है कि ईरान उन्हां देशां लई अपनी नाकाबंदी नूं नरम करन लई तैयार है जिन्हां नूं दोस्त मनदा है। कनाडा के वड्डे हवाई अड्डिया खास करके टोरंटो पियर्सन अंतरराष्ट्रीय हवाई अड्डे ते एक बेहद खतरनाक और चलाकी भरपूर नशा तस्करी का रैकेट बेनकाब होया है। मीडिया की जांच इकाई W5 की रिपोर्ट के मुताबिक हवाई अड्डे के कुछ भ्रिष्ट कर्मचारी आम और बेगुनाह यात्रियों ते असली बैगां तो सुरक्षा टैग हटा के उन्हां नूं नशीले पदार्थां नाल भरे सूटकेसां ते लंघा दिंदे हन। ਇਹ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਿਲਾਂ ਵੱਲ ਭੇਜੇ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਟੋਰਾਂਟੋ 에ਅਰਪੋਰਟ ਦੇ ਕਰੀਬ 3000 ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇੱਕ ਗੋਰਖ ਧੰਦਾ ਬੇਖੌਫ ਚੱਲ ਰਿਹਾ ਸੀ, ਜਿਸਨੇ ਕੈਨੇਡੀਅਨ ਹਵਾਈ ਅੱਡਿਆਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਹਨ। ਇਸ ਗਿਰੋਹ ਦੇ ਕੰਮ ਕਰਨ ਦਾ ਤਰੀਕਾ ਬਹੁਤ ਹੀ ਸ਼ਾਤਿਰਾਨਾ ਸੀ। ਹਵਾਈ ਅੱਡੇ ਤੇ ਤੈਨਾਤ ਇੱਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ रैंप वर्कर किसी साधारण यात्री दे चैक इन किते बैग तो असली बारकोड वाला टैग उतार लैंदा सी ਅਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ ਤਾਂ ਉੱਥੇ ਮੌਜੂਦ ਗਿਰੋਹ ਦੇ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ, ਪਰ ਜੇਕਰ ਬੈਗ ਫੜਿਆ ਜਾਂਦਾ ਤਾਂ ਟੈਗ ਤੇ ਦਰਜ ਨਾਮ ਕਾਰਨ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਟੋਰਾਂਟੋ ਪਿਅਰਸਨ ਹਵਾਈ ਅੱਡੇ ਦੇ 6 ਬੈਗੇਜ ਅਤੇ ਰੈਂਪ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ। जांच एजेंसियां का खदशा है कि यह रैकेट फड़े गए मामले तो किते ज्यादा वड्डा हो सकता है। इस कानूनी रैकेट कारण बीते 1 साल विच घट्टो घट्ट 17 बेगुनाह कैनेडियन यात्री नशा तस्करी दे झूठे केसां विच फस चुके हैं। अजिहा ही एक मामला टोरंटो दी 35 साल दे पैरामैडिकल महिला निकोल दे नाल वापरिया, जिस नूं ऑकलैंड उतरदे ही गिरफ्तार कर लिया गया क्योंकि उसके नाम वाले 2 सूटकेसां विचों 20 किलोग्राम मैथमफेटामीन बरामद हुई है। खुशकिस्मती नाल 7 घंटे ਦੀ ਹਿਰਾਸਤ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਅਤੇ ਉਸਦੇ ਅਸਲੀ ਬੈਗ ਬਾਅਦ ਵਿੱਚ ਰਸ਼ ਟੈਗ ਮਤਲਬ ਕਿ ਦੇਰੀ ਨਾਲ ਪਹੁੰਚਣ ਵਾਲੇ ਟੈਗ ਨਾਲ ਉੱਥੇ ਪਹੁੰਚੇ। ਇੱਕ ਹੋਰ ਮਾਮਲੇ ਵਿੱਚ ontario ਦੇ ਇੱਕ ਜੋੜੇ ਸਹਿਤ 3 ਯਾਤਰੀਆਂ ਨੂੰ ਡੋਮਿਨਿਕਨ ਰਿਪਬਲਿਕ ਵਿੱਚ ਕਈ ਮਹੀਨੇ ਹਿਰਾਸਤ ਵਿੱਚ ਕੱਟਣੇ ਪਏ ਕਿਉਂਕਿ ਉਹਨਾਂ ਦੇ ਟੈਗ 79 ਪੈਕੇਟ ਮਰੀਜ਼ੁਆਨਾ ਵਾਲੇ ਸੂਟਕੇਸਾਂ ਤੇ ਲੱਗੇ ਹੋਏ ਸਨ। इस स्कैम की मार हेठ आई यात्रियों के तार फ्रांस, जर्मनी, मोरक्को, बरमूडा, फिलीपीनस और दक्षिणी कोरिया वर्गे देशों नाल जुड़े हुए हैं। यह मामला इसलिए होर भी गंभीर और डरावना हो जाता है क्योंकि इन्हां विचों कई अजिहे देश हैं जिथे नशा तस्करी विरुद्ध बेहद सख्त कानून हैं और दोषी पाए जाने ते सीधी मौत की सज़ा का प्रबंध है।
ਹਾਲਾਂਕਿ ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਅਤੇ ਪਹੁੰਚ ਨਿਯੰਤਰਣ ਦੀ ਲਗਾਤਾਰ ਸਮੀਖਿਆ ਕਰ ਰਹੇ ਹਨ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। FIFA ਵਰਲਡ ਕੱਪ 2026 ਨੂੰ ਲੈ ਕੇ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਪਰ ਇਸ ਦਰਮਿਆਨ ਟਿਕਟਾਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਚਰਚਾ ਦਾ ਵਿਸ਼ਾ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੂਰਨਾਮੈਂਟ ਦੀਆਂ ਰੀਸੇਲ ਟਿਕਟਾਂ ਦੀਆਂ ਕੀਮਤਾਂ ਪਿਛਲੇ 1 ਮਹੀਨੇ ਦੌਰਾਨ ਲਗਭਗ 23% ਤੱਕ ਘੱਟ ਹੋ ਗਈਆਂ ਹਨ। ਰਿਪੋਰਟਾਂ ਦੇ ਮੁਤਾਬਕ ਕੁਝ ਪ੍ਰੀਮੀਅਮ ਅਤੇ VIP ਸੀਟਾਂ ਦੀਆਂ ਕੀਮਤਾਂ ਅਜੇ ਵੀ ਹਜ਼ਾਰਾਂ ਡਾਲਰ ਵਿੱਚ ਹਨ, ਪਰ ਆਮ ਦਰਜੇ ਦੀਆਂ ਕਈ ਟਿਕਟਾਂ ਹੁਣ ਕਾਫੀ ਸਸਤੀਆਂ ਹੋ ਰਹੀਆਂ ਹਨ। ਖਾਸ ਕਰਕੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਹੋਣ ਵਾਲੇ ਕੁਝ ਮੈਚਾਂ ਲਈ ਦਾਖਲਾ ਟਿਕਟਾਂ $100 ਤੋਂ ਘੱਟ ਕੀਮਤ ਤੇ ਵੀ ਉਪਲਬਧ ਦੱਸੀਆਂ ਜਾ ਰਹੀਆਂ ਹਨ। ਖੇਡ ਮਾਹਰਾਂ ਦਾ ਮੰਨਣਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਟਿਕਟਾਂ ਦੀ ਮੰਗ ਬਹੁਤ ਜ਼ਿਆਦਾ ਹੋਣ ਕਾਰਨ ਰੀਸੇਲ ਬਾਜ਼ਾਰ ਵਿੱਚ ਕੀਮਤਾਂ ਬੇਹੱਦ ਵੱਧ ਗਈਆਂ ਸਨ, ਪਰ ਹੁਣ ਮੰਗ ਵਿੱਚ ਕੁਝ ਕਮੀ ਆਉਣ ਨਾਲ ਦਰਾਂ ਹੌਲੀ-ਹੌਲੀ ਘਟ ਰਹੀਆਂ ਹਨ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਆਖਰੀ ਸਮੇਂ ਤੱਕ ਵਧੀਆ ਸੌਦਿਆਂ ਦੀ ਉਡੀਕ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ FIFA ਵਰਲਡ ਕੱਪ 2026 ਦੀ ਮੇਜ਼ਬਾਨੀ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵੈਂਕੂਵਰ ਅਤੇ ਟੋਰਾਂਟੋ ਸ਼ਹਿਰਾਂ ਵਿੱਚ ਵੀ ਕਈ ਮਹੱਤਵਪੂਰਨ ਮੈਚ ਆਯੋਜਿਤ ਕੀਤੇ ਜਾਣੇ ਹਨ, ਜਿਸ ਕਾਰਨ ਕੈਨੇਡਾ ਵਿੱਚ ਵੀ ਫੁੱਟਬਾਲ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਖੇਡ ਵਿਸ਼ਲੇਸ਼ਕਾਂ ਦੇ ਅਨੁਸਾਰ ਆਉਣ ਵਾਲੇ ਮਹੀਨਿਆਂ ਦੌਰਾਨ ਟਿਕਟਾਂ ਦੀਆਂ ਕੀਮਤਾਂ ਵਿੱਚ ਹੋਰ ਉਤਾਰ-ਚੜਾਅ ਵੇਖਣ ਨੂੰ ਮਿਲ ਸਕਦਾ ਹੈ, ਖਾਸ ਕਰਕੇ ਜਦੋਂ ਟੀਮਾਂ ਅਤੇ ਮੈਚਾਂ ਦਾ ਪੂਰਾ ਸ਼ੈਡਿਊਲ ਅੰਤਿਮ ਰੂਪ ਵਿੱਚ ਸਾਹਮਣੇ ਆਵੇਗਾ। ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਅਤੇ ਸਰਕਾਰੀ ਸੰਸਥਾਵਾਂ ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼ ਕੈਨਲ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਨਾਲ ਖੂਨ ਖਰਾਬਾ ਹੋਵੇਗਾ ਅਤੇ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਠਿਕਾਣਿਆਂ ਤੇ ਸੰਭਾਵੀ ਹਮਲਿਆਂ ਤੇ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਕਿਊਬਾ ਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਊਬਾ ਤੇ ਕਬਜ਼ੇ ਨੂੰ ਸਨਮਾਨ ਦੱਸਿਆ ਅਤੇ ਇਹ ਕਿਹਾ ਕਿ ਉਹ ਜੋ ਚਾਹੇ ਕਰ ਸਕਦੇ ਹਨ। ਇਹ ਚੇਤਾਵਨੀ ਅਮਰੀਕਾ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਅਤੇ 3 ਸਰਕਾਰੀ ਸੰਸਥਾਵਾਂ ਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਇੱਕ ਨਿਰੰਤਰ ਮੁਹਿੰਮ ਦੀ ਸ਼ੁਰੂਆਤ ਦੱਸਿਆ ਅਤੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਕੈਨਲ ਨੇ ਕਿਹਾ ਹੈ ਕਿ ਕਿਊਬਾ ਕਿਸੇ ਵੀ ਦੇਸ਼ ਲਈ ਕੋਈ ਖਤਰਾ ਨਹੀਂ ਹੈ, ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਪੂਰਾ ਅਧਿਕਾਰ ਹੈ। ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਵਿਗੜ ਗਏ ਹਨ। ਟਰੰਪ ਪ੍ਰਸ਼ਾਸਨ ਵੱਧ ਤੋਂ ਵੱਧ ਦਬਾਅ ਦੀ ਨੀਤੀ ਦੇ ਤਹਿਤ ਹਵਾਨਾ ਵਿੱਚ ਸ਼ਾਸਨ ਤਬਦੀਲੀ ਦੀ ਪੈਰਵੀ ਕਰ ਰਿਹਾ ਹੈ। ਅਮਰੀਕਾ ਨੇ ਵੈਨਜ਼ੂਏਲਾ ਤੋਂ ਕਿਊਬਾ ਨੂੰ ਤੇਲ ਦੀ ਸਪਲਾਈ ਵੀ ਕੱਟ ਦਿੱਤੀ ਹੈ, ਜਿਸ ਨਾਲ ਇੱਕ ਗੰਭੀਰ ਊਰਜਾ ਸੰਕਟ ਪੈਦਾ ਹੋ ਗਿਆ। ਕਿਊਬਾ ਵਿੱਚ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਹੋਏ ਹਨ ਅਤੇ ਸਕੂਲ, ਯੂਨੀਵਰਸਿਟੀਆਂ ਅਤੇ ਹਸਪਤਾਲ ਪ੍ਰਭਾਵਿਤ ਹੋਏ ਹਨ। ਕਿਊਬਾ ਦੇ ਊਰਜਾ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਰੂਸ ਤੋਂ ਐਮਰਜੈਂਸੀ ਤੇਲ ਸਹਾਇਤਾ ਵੀ ਖਤਮ ਹੋ ਗਈ ਹੈ, ਜਿਸ ਨਾਲ ਲੰਬੇ ਸਮੇਂ ਤੱਕ ਬਿਜਲੀ ਸੰਕਟ ਦੀ ਸੰਭਾਵਨਾ ਵੱਧ ਗਈ ਹੈ। ਕੈਨੇਡਾ ਦੇ ਵਿੱਚ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਦੇ ਮਾਮਲੇ ਵਿੱਚ 36 ਸਾਲ ਦੇ ਦਿਸ਼ਾਂਤ ਸ੍ਰੀਦੇਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਟਰ ਰੀਜਨਲ ਪੁਲਿਸ ਨੇ ਦੱਸਿਆ ਕਿ ਓਕਵਿਲ ਦੇ ਵਿਨਰਜ਼ ਅੰਦਰਲੇ ਫਿਟਿੰਗ ਰੂਮ ਵਿੱਚ ਕੱਪੜੇ ਬਦਲ ਰਹੀਆਂ ਔਰਤਾਂ ਦੀ ਰਿਕਾਰਡਿੰਗ ਕਰਨ ਬਾਰੇ ਸ਼ਿਕਾਇਤ ਸਾਹਮਣੇ ਆਉਣ ਮਗਰੋਂ ਇਹ ਕਾਰਵਾਈ ਕੀਤੀ ਗਈ। ਦਿਸ਼ਾਂਤ ਸ੍ਰੀਦੇਵਾ ਵਿਰੁੱਧ ਹਾਲਟਨ ਪੁਲਿਸ ਨੇ ਕੀਤੀ ਕਾਰਵਾਈ। ਹਾਲਟਨ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਨਵੰਬਰ 2024 ਵਿੱਚ ਸਾਹਮਣੇ ਆਈ ਅਤੇ ਸ਼ੱਕੀ ਦੀ ਪੈੜ ਨੱਪਦਿਆਂ ਮਿਸੀਸਾਗਾ ਦੇ ਇੱਕ ਘਰ ਤੇ ਛਾਪੇ ਦੌਰਾਨ ਦਿਸ਼ਾਂਤ ਸ੍ਰੀਦੇਵਾ ਨੂੰ ਕਾਬੂ ਕੀਤਾ ਜਾ ਸਕਿਆ। ਮਿਲਟਨ ਦੀ ਅਦਾਲਤ ਵਿੱਚ ਉਸ ਦੀ ਪੇਸ਼ੀ ਤੱਕ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਪੁਲਿਸ ਨੇ ਦਿਸ਼ਾਂਤ ਦੀ ਤਸਵੀਰ ਜਨਤਕ ਕੀਤੀ ਹੈ ਤਾਂ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋਣ ਦੀ ਸੂਰਤ ਵਿੱਚ ਉਹ ਪੁਲਿਸ ਨਾਲ ਸੰਪਰਕ ਕਰ ਸਕਣ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਭਾਰੀ ਖਿੱਚੋਤਾਣ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਦਰਮਿਆਨ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਤੇ ਲੱਗੀ ਪਾਬੰਦੀ ਨੂੰ ਇੱਕ ਹੋਰ ਮਹੀਨੇ ਲਈ ਵਧਾ ਕੇ ਆਪਣੀ ਖਿੱਚ ਕੱਢੀ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ 에ਅਰਮੈਨ ਦੇ ਅਨੁਸਾਰ ਹੁਣ ਭਾਰਤੀ ਜਹਾਜ਼ 24 ਜੂਨ 2026 ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਣਗੇ। ਇਹ ਪਾਬੰਦੀ ਪਾਕਿਸਤਾਨ ਦੇ ਦੋਵੇਂ ਪ੍ਰਮੁੱਖ ਫਲਾਈਟ ਇਨਫੋਰਮੇਸ਼ਨਸ ਰੀਜਨਾਂ ਕਰਾਚੀ ਅਤੇ ਲਾਹੌਰ ਤੇ ਲਾਗੂ ਹੋਵੇਗੀ।
ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਭਾਰਤੀ ਰਜਿਸਟ੍ਰੇਸ਼ਨ ਵਾਲੇ ਜਹਾਜ਼ ਭਾਰਤੀ 에ਅਰਲਾਈਨਸ ਜਾਂ ਆਪਰੇਟਰਾਂ ਦੀ ਮਲਕੀਅਤ ਵਾਲੇ ਜਾਂ ਲੀਜ਼ ਤੇ ਲਏ ਗਏ ਜਹਾਜ਼ ਪਾਕਿਸਤਾਨ ਆਸਮਾਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਪਾਬੰਦੀ ਵਿੱਚ ਭਾਰਤੀ ਨਾਗਰਿਕ ਉਡਾਨਾਂ ਦੇ ਨਾਲ-ਨਾਲ ਫੌਜੀ ਉਡਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਹਵਾਈ ਖੇਤਰ ਬੰਦ ਕਰਨ ਦਾ ਇਹ ਸਿਲਸਿਲਾ ਅਪ੍ਰੈਲ 2025 ਵਿੱਚ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ 26 ਲੋਕਾਂ ਦੀ ਜਾਨ ਗਈ ਸੀ। ਭਾਰਤ ਨੇ ਇਸ ਹਮਲੇ ਦੇ ਜਵਾਬ ਵਿੱਚ ਮਈ 2025 ਵਿੱਚ ਆਪਰੇਸ਼ਨ ਸਿੰਦੂਰ ਚਲਾਇਆ ਸੀ, ਜਿਸ ਤਹਿਤ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਪੰਜਾਬ ਅਤੇ ਪੀਓਕੇ ਵਿੱਚ ਲਸ਼ਕਰ-ਏ-ਤੋਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਵਾਈ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ 4 ਦਿਨਾਂ ਤੱਕ ਸਿੱਧੀ ਲੜਾਈ ਚੱਲੀ ਸੀ। ਭਾਵੇਂ 10 ਮਈ 2025 ਨੂੰ ਜੰਗਬੰਦੀ ਹੋ ਗਈ ਸੀ, ਪਰ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤੇ ਅਜੇ ਵੀ ਬਹੁਤ ਨਿਚਲੇ ਪੱਧਰ ਤੇ ਹਨ। ਭਾਰਤੀ ਜਹਾਜ਼ਾਂ ਤੇ ਲੱਗੀ ਇਹ ਪਾਬੰਦੀ ਪਹਿਲਾਂ 24 ਮਈ ਨੂੰ ਖਤਮ ਹੋਣੀ ਸੀ, ਪਰ ਹੁਣ ਪਾਕਿਸਤਾਨ ਨੇ ਇਸ ਨੂੰ 1 ਮਹੀਨਾ ਹੋਰ ਵਧਾ ਦਿੱਤਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। IPTV ਬਾਕਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰਾਮ, ਟਿਕਟੌਕ, ਫੇਸਬੁੱਕ ਤੇ ਵੀ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਭ ਤੋਂ ਤਾਜ਼ਾ ਖਬਰ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਮਿਲ ਸਕਣ।